ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਦੇ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਸ਼ੁਕਰਗੁਜ਼ਾਰ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ ਹੈ, ਪ੍ਰਭੂਆਂ ਦਾ ਪ੍ਰਭੂ। ਨਿਤ ਪ੍ਰਤੀ ਦਿਨ ਸਾਡੀ ਮਦਦ ਕਰਕੇ ਸਾਨੂੰ ਆਪਣੇ ਵਚਨ ਦੇ ਭੇਤਾਂ ਨੂੰ ਸਿਖਾਉਂਦੇ ਹੋਏ ਸਾਨੂੰ ਆਪਣੇ ਰਾਜ ਵਿੱਚ ਲੈ ਕੇ ਜਾਂਦਾ ਹੈ। ਉਸ ਦੇ ਲਈ ਅਸੀਂ ਤੇਰੇ ਸ਼ੁਕਰਗੁਜ਼ਾਰ ਹਾਂ। ਅੱਜ ਦੇ ਇਸ ਵਚਨ ਨੂੰ ਵੀ ਸਾਨੂੰ ਸਿੱਖਣ ਦੇ ਲਈ, ਆਪ ਦੀ ਮਹਾਨਤਾ ਨੂੰ ਜਾਣਨ ਦੇ ਲਈ ਸਾਡੀ ਮਦਦ ਕਰ, ਕਿਉਂਕਿ ਤੇਰੀ ਬਾਣੀ ਸਾਨੂੰ ਦੱਸਦੀ ਹੈ ਕਿ ਜਿਵੇਂ ਜਿਵੇਂ ਅਸੀਂ ਤੇਰੇ ਕੋਲ ਆਉਂਦੇ ਹਾਂ ਤਿਵੇਂ ਤਿਵੇਂ ਤੂੰ ਆਪਣੇ ਭੇਤਾਂ ਨੂੰ ਸਾਡੇ ਉੱਤੇ ਪ੍ਰਗਟ ਕਰਦਾ ਹੈ। ਅੱਜ ਦੇ ਭੇਤ ਨੂੰ ਵੀ ਸਾਡੇ ਵਿੱਚ ਪ੍ਰਗਟ ਕਰ, ਜਿਸ ਦੇ ਨਾਲ ਤੇਰੀ ਸੱਚਾਈ ਨੂੰ ਸਮਝਦੇ ਹੋਏ, ਜਾਣਦੇ ਹੋਏ ਅਸੀਂ ਇਸ ਬੁਰੇ ਸੰਸਾਰ ਤੋਂ ਬਚ ਕੇ ਤੇਰੀ ਮਹਿਮਾ ਦੇ ਵਿੱਚ ਪਾਏ ਜਾਈਏ। ਅਜਿਹਾ ਹੋਣ ਦੇ ਲਈ ਮਦਦ ਕਰ। ਸੁਣਨ ਵਾਲੇ, ਬੋਲਣ ਵਾਲੇ ਦੋਨਾਂ ਨੂੰ ਆਪਣੀ ਸਮਝ ਦੇ। ਸਾਰਾ ਆਦਰ ਮਾਣ ਆਪ ਨੂੰ ਦਿੰਦੇ ਹੋਏ ਇਹ ਬੇਨਤੀ ਮੁਕਤੀ ਦਾ ਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਮੰਗਦੇ ਹਾਂ, ਆਮੇਨ। ਪਿਆਰੇ ਅਜ਼ੀਜ਼, ਪਿਛਲੇ ਕੱਲ ਮੈਂ ਆਪ ਨੂੰ ਪਿਤਾ ਦੇ ਰਿਸ਼ਤੇ ਦੇ ਬਾਰੇ ਜੋ ਲਗਾਤਾਰ ਪਿਛਲੇ 2 ਦਿਨਾਂ ਤੋਂ ਮੈਂ ਗੱਲ ਕਰਦਾ ਆ ਰਿਹਾ ਹਾਂ, ਔਰ ਅੱਜ ਦਾ ਜਿਹੜਾ ਮੇਰਾ ਸਮਾਂ ਹੈ ਉਹ ਹੈ ਪਿਤਾ ਅਤੇ ਪੁੱਤਰ ਦੇ ਵਿੱਚ ਇੱਕ ਰਿਸ਼ਤਾ, ਜਿਸ ਦੇ ਨਾਲ ਸਾਡਾ ਰਿਸ਼ਤਾ ਪੁੱਤਰ ਦੇ ਨਾਲ ਜੁੜਿਆ ਹੈ। ਅਸੀਂ ਅੱਜ ਉਸ ਪੁੱਤਰ ਦੇ ਬਾਰੇ ਸਮਝਣ ਜਾ ਰਹੇ ਹਾਂ ਜਿਸ ਨੇ ਮੈਨੂੰ ਅਤੇ ਆਪ ਨੂੰ ਪਰਮੇਸ਼ਰ ਦੇ ਪੁੱਤਰ ਹੋਣ ਦਾ ਹੱਕ ਦਿਵਾਇਆ ਹੈ। ਅਸੀਂ ਉਸ ਦੀ ਪਵਿੱਤਰਤਾ ਦੇ ਉੱਤੇ ਗੱਲ ਕਰ ਰਹੇ ਸਾਂ, ਔਰ ਉਸ ਦਾ ਜੋ ਜਨਮ ਅਸੀਂ ਦੇਖਿਆ ਕਿ ਉਹ ਇੱਕ ਕੁਆਰੀ ਤੋਂ ਭਾਵ ਪਵਿੱਤਰਤਾ ਤੋਂ ਹੋਇਆ। ਉਸ ਦੇ ਬਾਰੇ ਅਸੀਂ ਅੱਜ ਫੇਰ ਰੂਬਰੂ ਸਿੱਖਣ ਜਾ ਰਹੇ ਹਾਂ, ਕਿਉਂਕਿ ਮੈਂ ਯਹੋਨਾ 4 ਅਧਿਆਏ 21 ਤੋਂ ਲੈ ਕੇ 24 ਤੱਕ ਦੀਆਂ ਆਇਤਾਂ ਦਾ ਇਸ ਦੇ ਵਿੱਚ ਇਸਤੇਮਾਲ ਕਰ ਰਿਹਾ ਹਾਂ, ਜਿਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਪਿਤਾ ਅਜਿਹੇ ਭਗਤਾਂ ਨੂੰ ਚਾਹੁੰਦਾ ਹੈ। ਉਹ ਅਜਿਹੇ ਭਗਤਾਂ ਨੂੰ ਜਿਹੜਾ ਚਾਹੁੰਦਾ ਹੈ ਉਹ ਪਵਿੱਤਰ ਹੋਣੇ ਚਾਹੀਦੇ ਆ। ਇਹਦਾ ਮਤਲਬ ਇਹ ਪਵਿੱਤਰਤਾ ਮੇਰੇ ਅਤੇ ਆਪ ਦੇ ਵਿੱਚ ਕਿਵੇਂ ਆਈ, ਅਸੀਂ ਉਸ ਦੇ ਬਾਰੇ ਪਰਮੇਸ਼ਰ ਦੀ ਬਾਣੀ ਦੇ ਵਿੱਚੋਂ ਸਿੱਖਦੇ ਹਾਂ। ਮੈਂ ਸਮਝਦਾ ਹਾਂ ਜਦੋਂ ਯਿਸੂ ਮਸੀਹ ਦਾ ਜਨਮ ਹੋਇਆ ਉਸ ਦੇ ਉੱਤੇ ਬਹੁਤ ਸਾਰੇ ਸਵਾਲੀਏ ਨਿਸ਼ਾਨ ਲੋਕ ਸਾਡੇ ਨਾਲ ਕਰਦੇ ਆ, ਔਰ ਇਹ ਸੱਚ ਵੀ ਹੈ। ਜਦੋਂ ਮੈਂ ਵੀ ਮਸੀਹ 'ਚ ਆਇਆ ਤਾਂ ਮੈਂ ਵੀ ਇਹ ਸਵਾਲ ਕੀਤਾ ਸੀ ਕਿ ਇਹ ਕਿਸ ਤਰ੍ਹਾਂ ਹੈ। ਇਹ ਤਾਂ ਬੜੀ ਅਸੰਭਵ ਗੱਲ ਹੈ ਕਿ ਇੱਕ ਕੁਆਰੀ ਤੋਂ ਪੈਦਾ ਹੋਣਾ, ਕਿਉਂਕਿ ਅਸੀਂ ਮਨੁੱਖ ਹਾਂ ਅਤੇ ਮਨੁੱਖੀ ਰੀਤ ਦੇ ਨਾਲ ਸਵਾਲ ਕਰ ਸਕਦੇ ਹਾਂ। ਇਹ ਸਾਡਾ ਅਧਿਕਾਰ ਹੈ, ਔਰ ਜਦ ਤੱਕ ਸਾਨੂੰ ਕੋਈ ਚੀਜ਼ ਸਮਝ ਨਹੀਂ ਆਵੇਗੀ ਤਦ ਤੱਕ ਅਸੀਂ ਕਦੇ ਵੀ ਉਸ ਉੱਤੇ ਵਿਸ਼ਵਾਸ ਨਹੀਂ ਕਰ ਸਕਦੇ। ਤੇ ਇਸ ਗੱਲ ਨੂੰ ਸਮਝਣ ਦੇ ਲਈ ਕੁਝ ਗੱਲਾਂ ਹੈ ਜਿਹੜੀਆਂ ਮੈਂ ਆਪਣਾ ਕੱਢੀਆਂ ਹੈ, ਉਹ ਮੈਂ ਆਪ ਦੇ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ। ਮੈਂ ਸਮਝਦਾ ਹਾਂ ਕਿ ਯਿਸੂ ਮਸੀਹ ਵੀ ਇੱਕ ਪੂਰਨ ਮਨੁੱਖ ਸੀ ਜਦੋਂ ਪੈਦਾ ਹੋਇਆ, ਔਰ ਇਹ ਬੜਾ ਅਦਭੁਤ ਸੀ, ਔਰ ਇਹ ਮੁਕਤੀ ਦੀ ਜ਼ਰੂਰਤ ਨੂੰ ਜੋ ਉਸ ਦੇ ਰਾਹੀਂ ਸਾਡੀ ਮੁਕਤੀ ਹੋ ਸਕੇ ਉਸ ਨੂੰ ਪ੍ਰਗਟ ਉਸ ਦੇ ਰਾਹੀਂ ਕਰਨਾ ਸੀ, ਔਰ ਇਸ ਦੇ ਲਈ ਉਸ ਦੀ ਪਵਿੱਤਰਤਾ ਦਾ ਸਬੂਤ ਹੋਣਾ ਜ਼ਰੂਰੀ ਸੀ। ਉਸ ਦੀ ਪਵਿੱਤਰਤਾ ਦਾ ਸਬੂਤ ਹੋਣਾ ਜ਼ਰੂਰੀ ਸੀ, ਕਿਉਂਕਿ ਮਨੁੱਖ ਜਿਹੜਾ ਪੈਦਾ ਹੁੰਦਾ ਹੈ ਉਹ ਪਾਪ ਤੋਂ ਹੀ ਪੈਦਾ ਹੁੰਦਾ ਹੈ। ਬਾਈਬਲ ਦੇ ਵਿੱਚ ਪਰਮੇਸ਼ਵਰ ਦਾ ਦਾਸ, ਜਦੋਂ ਅਸੀਂ ਉਸ ਦੇ ਵਚਨ ਨੂੰ ਪੜ੍ਹਦੇ ਹਾਂ ਤਾਂ ਉਹ ਸਾਨੂੰ ਸਾਫ਼ ਰੀਤੀ ਨਾਲ ਦੱਸਦਾ ਹੈ। ਜਦੋਂ ਮੈਂ ਜ਼ਬੂਰਾਂ ਦੀ ਪੁਸਤਕ ਉਸਦਾ 50 ਅਧਿਆਏ ਮੈਂ ਆਪ ਦੇ ਅੱਗੇ ਕੱਢ ਰਿਹਾ ਹਾਂ। ਸੌਰੀ 51 ਵਚਨ ਦੇ ਵਿੱਚ ਉਸਦਾ 5 ਦੇ ਵਿੱਚ ਲਿਖਿਆ ਹੈ, ਵੇਖ ਮੈਂ ਬਦੀ ਵਿੱਚ ਜੰਮਿਆ ਅਤੇ ਪਾਪ ਵਿੱਚ ਮੇਰੀ ਮਾਤਾ ਨੇ ਮੈਨੂੰ ਕੁੱਖ ਵਿੱਚ ਲਿਆ। ਇਹਦਾ ਮਤਲਬ ਸਾਫ਼ ਰੀਤੀ ਨਾਲ ਪ੍ਰਗਟ ਕਰਦਾ ਹੈ ਪਰਮੇਸ਼ਰ ਦਾ ਵਚਨ ਕਿ ਜਿੰਨੇ ਵੀ ਮਨੁੱਖ ਪੈਦਾ ਹੋਏ ਆ ਉਹ ਸਾਰੇ ਜੋ ਮਾਤਾ ਦੇ ਗਰਭ ਦੇ ਵਿੱਚ ਆਏ ਉਹ ਸਭ ਪਾਪੀ ਹੈ। ਕਿਉਂਕਿ ਉਹ ਮਨੁੱਖ ਅਤੇ ਔਰਤ ਦੀ
ਅਭਿਲਾਸ਼ਾ ਦੇ ਨਾਲ ਪੈਦਾ ਹੋਏ। ਉਹ ਪਰਮੇਸ਼ਵਰ ਤੋਂ ਨਹੀਂ ਪੈਦਾ ਹੋਏ। ਪਰਮੇਸ਼ਵਰ ਨੇ ਰਚਨਾ ਕੀਤੀ ਹੈ, ਅਸੀਂ ਇਹ ਸਮਝਦੇ ਹਾਂ, ਲੇਕਿਨ ਇਹ ਰਚਨਾ ਜਿਹੜੀ ਹੈ ਜਦੋਂ ਆਦਮ ਅਤੇ ਹਵਾ ਦੇ ਪਾਪ ਦੇ ਵਿੱਚ ਆ ਗਈ ਤਾਂ ਉਹ ਵਿਰਾਸਤ ਤੋਂ ਪਾਪ ਦੀ ਅਵਸਥਾ ਦੇ ਵਿੱਚ ਆ ਰਿਹਾ। ਇਸੇ ਕਰਕੇ ਦਾਊਦ ਇੱਥੇ ਕਹਿ ਰਿਹਾ ਕਿ ਮੇਰੀ ਮਾਤਾ ਨੇ ਮੈਨੂੰ ਪਾਪ ਦੇ ਵਿੱਚ ਕੁੱਖ ਚ ਲਿਆ। ਬੜਾ ਸਮਝਣ ਵਾਲਾ ਇਹ ਖੰਡ ਹੈ ਕਿ ਆਦਮ ਅਤੇ ਹਵਾ ਤੋਂ ਜਿੰਨੇ ਵੀ ਹੁਣ ਤੱਕ ਪੈਦਾ ਹੋ ਰਿਹਾ ਸਭ ਪਾਪ ਦੀ ਵਿਰਾਸਤ ਵਿੱਚ ਆ ਰਹੇ। ਪਰ ਪ੍ਰਭੂ ਯਿਸੂ ਮਸੀਹ ਦੇ ਬਾਰੇ ਇਹ ਬਾਈਬਲ ਬਾਣੀ ਇਹ ਦੱਸਦੀ ਹੈ ਕਿ ਉਹ ਮਨੁੱਖ ਅਤੇ ਔਰਤ ਤੋਂ ਮਿਲਣ ਤੋਂ ਪਹਿਲਾਂ ਹੀ ਪੈਦਾ ਹੋਏ। ਔਰ ਇਸ ਦੇ ਬਾਰੇ ਅਸੀਂ ਦੇਖਦੇ ਹਾਂ ਕਿ ਉਹ ਮੁਕਤੀ ਦਾ ਇੱਕ ਸਿਧਾਂਤ ਸਾਡੇ ਕੋਲ ਲੈ ਕੇ ਆਏ। ਮੁਕਤੀ ਜਿਹੜੀ ਹੈ ਪਰਮੇਸ਼ਵਰ ਤੋਂ ਹੋ ਸਕਦੀ ਹੈ। ਪਾਪ ਤੋਂ ਛੁਟਕਾਰਾ ਪਰਮੇਸ਼ਵਰ ਤੋਂ ਹੋ ਸਕਦਾ ਹੈ, ਕਿਸੇ ਹੋਰ ਕੋਲ ਇਹ ਅਧਿਕਾਰ ਨਹੀਂ। ਪਰ ਇਹ ਅਧਿਕਾਰ ਪਰਮੇਸ਼ਵਰ ਸਾਨੂੰ ਦੇਣ ਦੇ ਲਈ ਸਵੈਂ ਪਵਿੱਤਰਤਾ ਦੇ ਵਿੱਚ ਇਸ ਦੁਨੀਆ ਦੇ ਵਿੱਚ ਆਇਆ ਹੈ, ਸਵੈਂ। ਔਰ ਇਹ ਇੱਕੋ ਹੀ ਉਪਾਅ ਸੀ ਜਿਸ ਦੇ ਰਾਹੀਂ ਯਿਸੂ ਪਾਪ ਰਹਿਤ ਸੁਭਾਅ ਵਿੱਚ ਮਨੁੱਖ ਬਣ ਸਕਦਾ ਸੀ। ਔਰ ਉਹ ਕੁਆਰੀ ਦੇ ਜਨਮ ਲੈਣ ਰਾਹੀਂ ਕੁਆਰੀ ਦਾ ਇੱਕ ਅਜਿਹੀ ਮਹਿਲਾ ਜਿਹੜੀ ਵਿਆਹ ਤੋਂ ਪਹਿਲਾਂ ਪੁਰਖ ਨੂੰ ਨਹੀਂ ਸੀ ਜਾਣਦੀ। ਮਰੀਮ ਯਿਸੂ ਦੇ ਜਨਮ ਤੱਕ ਕੁਆਰੀ ਰਹੀ। ਉਸ ਦਾ ਯੂਸਫ ਦੇ ਨਾਲ ਕੋਈ ਮੇਲ ਨਹੀਂ। ਬਾਈਬਲ ਇਸ ਦਾ ਸਬੂਤ ਸਾਨੂੰ ਸਾਫ਼ ਰੀਤੀ ਨਾਲ ਦਿੰਦੀ ਹੈ। ਕਈ ਲੋਕ ਆਪਣਾ ਸਾਨੂੰ ਸਵਾਲ ਕਰਦੇ ਆ ਇੱਥੇ, ਕਹਿੰਦੇ ਆ ਕਿ ਅਸੀਂ ਕਿੱਦਾਂ ਮੰਨ ਲਈਏ। ਮੈਂ ਉਹਨਾਂ ਨੂੰ ਕਿਹਾ ਕਿ ਲਿਖਤ ਪਰਮੇਸ਼ਵਰ ਦੇ ਆਤਮਾ ਤੋਂ ਹੈ ਔਰ ਪਰਮੇਸ਼ਵਰ ਦਾ ਆਤਮਾ ਕਦੇ ਵੀ ਝੂਠ ਨਹੀਂ ਲਿਖਦਾ। ਫਿਰ ਦੂਸਰੀ ਗੱਲ ਉਹਨਾਂ ਨੂੰ ਮੈਂ ਦੱਸੀ, ਮੈਂ ਕਿਹਾ ਤੁਹਾਡਾ ਕੀ ਪ੍ਰਮਾਣ ਹੈ ਕਿ ਤੁਸੀਂ, ਮੈਂ ਆਪਣੇ ਉੱਤੇ ਹੀ ਕਹਿਣਾ ਕਿ ਤੁਸੀਂ ਜਗਦੇਵ ਕੁਮਾਰ ਹੋ, ਕੀ ਪ੍ਰਮਾਣ ਹੈ? ਇਸ ਗੱਲ ਨੂੰ ਸਿੱਧ ਕਰਨਾ ਪਏਗਾ। ਕਹਿੰਦੇ ਉਹ ਤਾਂ ਜੇ ਤੁਹਾਡੇ ਕਾਗਜ਼ ਹੈ ਤਾਂ ਉਹ ਦੱਸਣਗੇ। ਹਾਂ, ਮੇਰਾ ਬਰਥ ਸਰਟੀਫਿਕੇਟ, ਮੇਰੀ ਆਇਡੈਂਟੀਫਿਕੇਸ਼ਨ ਹੁੰਦਾ, ਯੂ ਆਰ ਜਗਦੇਵ ਕੁਮਾਰ। ਇਹਦਾ ਮਤਲਬ ਮੇਰੀ ਪਛਾਣ ਦੇ ਰਿਹਾ। ਇਹਦਾ ਮਤਲਬ ਉਹ ਦੂਸਰੀ ਪਛਾਣ ਉਹ ਦੇ ਰਿਹਾ ਕਿ ਇਹ ਲੜਕਾ ਹੈ, ਇਹ ਮੇਲ ਹੈ। ਤਦ ਮੈਨੂੰ ਅੱਗੇ ਜਾ ਕੇ ਉਸ ਗੱਲ ਦੀ ਪੁਸ਼ਟੀ ਕਰਨ ਦੀ ਲੋੜ ਨਹੀਂ। ਫਿਰ ਮੇਰੇ ਜਿਹੜੇ ਕਾਗਜ਼ ਹੈ ਉਹੀ ਉਹ ਅੰਤ ਤੱਕ ਮੇਰੀ ਪਛਾਣ ਦਿੰਦੇ ਆ ਕਿ ਹਾਂ ਇਹ ਜਗਦੇਵ ਹੀ ਹੈ। ਇਸੇ ਤਰ੍ਹਾਂ ਬਾਈਬਲ ਦੇ ਵਿੱਚ ਵੀ ਜੋ ਕੁਝ ਲਿਖਿਆ ਹੈ ਇਹ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਹੋਣ ਦੇ ਪ੍ਰਮਾਣ ਦਿੰਦੇ ਆ ਕਿ ਹਾਂ ਉਹ ਕੁਆਰੀ ਤੋਂ ਪੈਦਾ ਹੋਇਆ, ਯੂਸਫ ਦੇ ਮਿਲਣ ਤੋਂ ਪਹਿਲਾਂ। ਔਰ ਇਸ ਗੱਲ ਦੀ ਅਸੀਂ ਪੁਸ਼ਟੀ ਵੀ ਕਰਦੇ ਹਾਂ ਕਿ ਤਦ ਤੱਕ ਕੁਆਰੀ ਰਹੀ ਜਦ ਤੱਕ ਯੂਸਫ ਅਤੇ ਉਹ ਪਤੀ ਪਤਨੀ ਦੇ ਸਮਾਨ ਰਹਿਣ ਨਹੀਂ ਲੱਗੇ। ਯਿਸੂ ਦਾ ਜਨਮ ਕੁਆਰੀ ਤੋਂ ਨਹੀਂ ਹੋਇਆ ਤਾਂ ਮੈਂ ਹੁਣ ਵੀ ਭਟਕਦਾ ਹੋਇਆ ਪਾਪੀ ਹੁੰਦਾ ਅਤੇ ਮੈਂ ਪਰਮੇਸ਼ਰ ਪੁੱਤਰ ਨੂੰ ਨਹੀਂ ਸੀ ਜਾਣ ਸਕਦਾ। ਇਹਦਾ ਮਤਲਬ ਇੱਥੇ ਸੱਚਾਈ ਬੜੀ ਸਾਫ਼ ਰੀਤੀ ਨਾਲ ਕੀਤੀ ਗਈ ਔਰ ਪਰਮੇਸ਼ਵਰ ਨੇ ਉਸ ਪਵਿੱਤਰਤਾ ਨੂੰ ਪਵਿੱਤਰਤਾ ਦੇ ਨਾਲ ਸਾਡੇ ਵਿੱਚ ਲਿਆਂਦਾ ਕਿ ਮੇਰਾ ਪਰਮੇਸ਼ਵਰ ਦੇ ਨਾਲ ਰਿਸ਼ਤਾ ਕਾਇਮ ਹੋ ਸਕੇ। ਇਹ ਪਰਮੇਸ਼ਵਰ ਦੀ ਯੋਜਨਾ, ਮੇਰੀ ਯੋਜਨਾ ਨਹੀਂ। ਕਿੰਨਾ ਮਹਾਨ ਹੈ ਪਰਮੇਸ਼ਵਰ, ਜਿਨੇ ਇੱਕ ਪਿਤਾ ਬਣ ਕੇ ਮੇਰੇ ਲਈ ਮੁਕਤੀ ਦਾ ਵਸੀਲਾ ਕੱਢਿਆ ਕਿ ਮੇਰੀ ਸੰਗਤ ਪਿਤਾ ਦੇ ਨਾਲ ਹੋ ਸਕੇ। ਕਿੱਦਾਂ? ਇੱਕ ਪੁੱਤਰ ਦੇ ਰਾਹੀਂ। ਅਸੀਂ ਕੁਝ ਗੱਲਾਂ ਮੈਂ ਦੇਖਾਂਗਾ। ਇਹ ਇੱਕ ਬੜਾ ਅਪਰਿਵਰਤਨ ਸੱਤ ਹੈ ਅਤੇ ਇਹ ਸਿਧਾਂਤ ਬਾਈਬਲ ਦੇ ਅਨੁਰੂਪ ਹੈ ਕਿ ਯੁੱਗ ਪਰਿਵਰਤਨ ਮਨੁੱਖਾਂ ਦੇ ਵਿਚਾਰ ਅਤੇ ਸਿਧਾਂਤਾਂ ਦੇ ਪਰਿਵਰਤਨ ਦੇ ਨਾਲ ਨਹੀਂ ਬਦਲਦਾ, ਜਿਸ ਨੂੰ ਅਸੀਂ ਇਬਰਾਨੀਆਂ 13:8 ਦੇ ਵਿੱਚ ਪੜ੍ਹ ਸਕਦੇ ਹਾਂ। ਯਿਸੂ ਮਸੀਹ ਅੱਜ ਕੱਲ ਅਤੇ ਯੁਗਾਨ ਯੁਗ ਇੱਕੋ ਜਿਹਾ, ਉਹ ਬਦਲਦਾ ਨਹੀਂ, ਉਹ ਹਮੇਸ਼ਾ ਇੱਕੋ ਜਿਹਾ। ਇਹ ਸਿਧਾਂਤ ਹੈ,
ਇਹਦਾ ਮਤਲਬ ਮਨੁੱਖ ਬਦਲ ਰਿਹਾ ਹੈ, ਮਨੁੱਖ ਦੇ ਵਿੱਚ ਕਈ ਪਰਿਵਰਤੀਆਂ ਆ ਰਹੀਆਂ, ਪਰ ਪਰਮੇਸ਼ਵਰ ਕਦੇ ਬਦਲਦਾ ਨਹੀਂ। ਉਹਦਾ ਸਿਧਾਂਤ ਹੈ, ਉਹਨੂੰ ਅਸੀਂ ਅੱਗੇ ਅੱਗੇ ਜਾ ਕੇ ਦੇਖਾਂਗੇ ਅਤੇ ਸਿੱਖਾਂਗੇ। ਔਰ ਇਹ ਗੱਲ ਬੜੀ ਮਹਾਨ ਹੈ ਕਿ ਯਿਸੂ ਮਸੀਹ ਕੁਆਰੀ ਦੇ ਜਨਮ ਦਾ ਖਾਸ ਮਹੱਤਵ ਸਾਡੇ ਵਿੱਚ ਪ੍ਰਗਟ ਕਰਦਾ ਹੈ। ਯਿਸੂ ਮਸੀਹ ਮਾਇਆ ਨਹੀਂ ਹੈ, ਉਹ ਵਾਸਤਵਿਕ ਮਨੁੱਖ ਪ੍ਰਾਣੀ ਸੀ। ਉਹ ਵਾਸਤਵਿਕ ਸਾਡੀ ਤਰ੍ਹਾਂ ਉਹਦੇ ਵਿੱਚ ਹੱਡੀਆਂ ਅਤੇ ਸਾਡੀ ਤਰ੍ਹਾਂ ਮਾਸ ਸੀ। ਇਸ ਗੱਲ ਨੂੰ ਅਸੀਂ ਦੇਖਦੇ ਹਾਂ ਜਦੋਂ ਅਸੀਂ ਫਿਲਿੱਪੀਆਂ ਦੀ ਪੁਸਤਕ ਉਸਦਾ 2 ਅਧਿਆਇ ਉਸ ਦੀ 7 ਆਇਤ ਨੂੰ ਪੜ੍ਹਦੇ ਹਾਂ। ਪਰਮੇਸ਼ਵਰ ਦੇ ਦਾਸ ਪੌਲਸ ਦੇ ਰਾਹੀਂ ਇਹ ਗੱਲਾਂ ਪ੍ਰਮਾਣਿਤ ਕੀਤੀਆਂ ਗਈਆਂ। 2:7 ਵਿੱਚ ਕਹਿੰਦਾ ਸਗੋਂ ਉਹਨੇ ਆਪਣੇ ਆਪ ਨੂੰ ਸੱਖਣਾ ਕਰਕੇ ਦਾਸ ਦਾ ਰੂਪ ਧਾਰਿਆ ਅਤੇ ਮਨੁੱਖਾਂ ਦੀ ਸੂਰਤ ਵਿੱਚ ਜੰਮਿਆ। ਪ੍ਰਮਾਣ ਹੈ ਇਸ ਦੁਨੀਆ ਦੇ ਵਿੱਚ ਉਸ ਦੀ ਪਵਿੱਤਰਤਾ ਦਾ। ਔਰ ਦੂਸਰੀ ਗੱਲ, ਉਹ ਅਬਰਾਨੀਆਂ ਦੀ ਪੁਸਤਕ ਜਦੋਂ ਅਸੀਂ ਉਸ ਦਾ 2 ਅਧਿਆਇ ਉਸ ਦੀ 10 ਆਇਤ ਨੂੰ ਪੜ੍ਹਦੇ ਹਾਂ, ਅਬਰਾਨੀਆਂ ਦੀ ਪੁਸਤਕ 2 ਅਧਿਆਇ ਉਸ ਦੀ 10 ਆਇਤ ਨੂੰ, ਇੱਥੇ ਲਿਖਿਆ ਹੈ, ਜਿਹਦੇ ਲਈ ਸਭੋ ਕੁਝ ਹੈ, ਜਿਹਦੇ ਰਾਹੀਂ ਸਭੋ ਕੁਝ ਹੋਇਆ, ਉਸ ਦੇ ਯੋਗ ਸੀ ਭਾਈ ਬਹੁਤਿਆਂ ਪੁੱਤਰਾਂ ਨੂੰ ਤੇਜ ਵਿੱਚ ਲਿਆਉਂਦਿਆਂ ਉਹਨਾਂ ਦੀ ਮੁਕਤੀ ਦੇਣ ਵਾਲੇ ਆਗੂ ਨੂੰ ਦੁੱਖਾਂ ਦੇ ਦੁਆਰਾ ਸੰਪੂਰਨ ਕਰੇ। ਇਹਦਾ ਮਤਲਬ ਇੱਥੇ ਵੀ ਉਹਦਾ ਪ੍ਰਮਾਣ ਸਾਨੂੰ ਪਰਮੇਸ਼ਰ ਦਾ ਦੱਸ ਦਿੰਦਾ। ਫਿਰ 11 ਦੇ ਵਿੱਚ ਕਹਿੰਦਾ ਹੈ, ਕਿਉਂਕਿ ਉਹ ਜਿਹੜਾ ਪਵਿੱਤਰ ਕਰਦਾ ਹੈ ਅਤੇ ਉਹ ਜਿਹੜਾ ਪਵਿੱਤਰ ਕੀਤੇ ਜਾਂਦੇ ਹਨ, ਸਭੋ ਇੱਕ ਤੋਂ ਹੀ ਹਨ। ਇਸ ਕਰਕੇ ਉਹ ਉਹਨਾਂ ਨੂੰ ਭਰਾ ਆਖਣ ਤੋਂ ਨਹੀਂ ਸ਼ਰਮਾਉਂਦਾ। ਇਹਦਾ ਮਤਲਬ ਸਾਨੂੰ ਉਹ ਆਪਣਾ ਭਰਾ ਕਹਿੰਦਾ ਹੈ। ਭਰਾ ਹੋ ਕੇ ਸਾਨੂੰ ਪੁੱਤਰ ਹੋਣ ਦਾ ਹੱਕ ਪਰਮੇਸ਼ਵਰ ਦੇ ਨਾਂ ਦਿੰਦਾ। ਇਹ ਇੱਕ ਰਿਸ਼ਤੇ ਦੀ ਸੰਬੰਧਤਾ ਸਾਨੂੰ ਮਿਲਦੀ ਹੈ। ਉਸ ਤੋਂ ਬਾਅਦ ਮੈਂ ਇਸੇ ਦਾ 17 ਵੀ ਪੜ੍ਹ ਰਿਹਾ। ਇਸ ਕਾਰਨ ਚਾਹੀਦਾ ਸੀ ਭਾਈ ਉਹ ਸਭਨੀ ਗੱਲੀ ਆਪਣੇ ਭਾਈਆਂ ਵਰਗਾ ਬਣੇ, ਜੋ ਉਹ ਉਹਨਾਂ ਗੱਲਾਂ ਦੇ ਵਿਖੇ ਜਿਹੜੀਆਂ ਪਰਮੇਸ਼ਵਰ ਦੇ ਨਾਲ ਸੰਬੰਧ ਰੱਖਦੀਆਂ ਹਨ, ਲੋਕਾਂ ਦੇ ਪਾਪਾਂ ਦਾ ਪ੍ਰਾਸ਼ਚਿਤ ਕਰਨ ਨੂੰ ਦਿਆਲੂ ਅਤੇ ਮਤਾਵਰ ਪ੍ਰਧਾਨ ਜਾਜਕ ਹੋਵੇ। ਦੇਖੋ, ਬੜੀ ਸਾਫ਼ ਗੱਲ, ਪਰਮੇਸ਼ਵਰ ਦੀ ਪਵਿੱਤਰਤਾ ਨੂੰ ਪਰਮੇਸ਼ਵਰ ਪੁੱਤਰ ਦੇ ਵਿੱਚ ਪ੍ਰਗਟ ਕੀਤਾ ਗਿਆ। ਮੈਨੂੰ ਪਿਤਾ ਦੇ ਨਾਲ ਇੱਕ ਸਹੀ ਸੰਬੰਧ, ਇੱਕ ਸਹੀ ਰਿਸ਼ਤਾ ਦੇਣ ਦੇ ਲਈ। ਇਹ ਮੇਰੀ ਯੋਗਤਾ ਨਹੀਂ, ਇਹ ਪਰਮੇਸ਼ਰ ਅਤੇ ਪਰਮੇਸ਼ਰ ਪੁੱਤਰ ਦੀ ਯੋਗਤਾ ਸੀ, ਜਿਹਦੇ ਨਾਲ ਮੈਂ ਪਰਮੇਸ਼ਰ ਨਾਲ ਪਿਤਾ ਦੇ ਰਿਸ਼ਤੇ ਵਿੱਚ ਜੋੜਿਆ ਜਾਵਾਂ। ਔਰ ਉਸ ਤੋਂ ਬਾਅਦ ਮੈਂ ਇਹ ਵੀ ਦੇਖਦਾ ਕਿ ਯਿਸੂ ਮਸੀਹ ਪਰਮੇਸ਼ਰ ਵੀ ਸੀ। ਉਹ ਪਵਿੱਤਰ ਆਤਮਾ ਦੇ ਰਾਹੀਂ ਗਰਭ ਵਿੱਚ ਪੈਣ ਦੇ ਕਾਰਨ ਪਰਮੇਸ਼ਰ ਬਣਿਆ ਰਿਹਾ। ਔਰ ਦੂਸਰੀ ਗੱਲ ਅਸੀਂ ਇਹ ਵੀ ਦੇਖਦੇ ਹਾਂ ਕਿ ਯਿਸੂ ਮਸੀਹ ਜਿਹੜਾ ਗਰਭ ਦੇ ਵਿੱਚ ਬਣਿਆ ਰਿਹਾ, ਉਹ ਨਿਸ਼ਪਾਪ ਸੀ, ਉਹਦੇ ਵਿੱਚ ਪਾਪ ਨਹੀਂ ਸੀ, ਕਿਉਂਕਿ ਉਸ ਦਾ ਜਨਮ ਕੁਆਰੀ ਤੋਂ ਹੋਇਆ ਸੀ ਅਤੇ ਪ੍ਰਤੀਤ ਅਤੇ ਪਾਪੀ ਮਾਨਵ ਮਨੁੱਖ ਦੇ ਸੁਭਾਵ ਉੱਤਰਾਧਿਕਾਰ ਵਿੱਚ ਪ੍ਰਾਪਤ ਨਹੀਂ ਹੁੰਦਾ। ਉਹ ਮੂਲ ਪਾਪ ਤੋਂ ਰਹਿਤ ਸੀ। ਜਿਹੜਾ ਮੂਲ ਪਾਪ ਤੋਂ ਰਹਿਤ ਸੀ, ਉਹ ਮੇਰੇ ਲਈ ਪਰਮੇਸ਼ਰ ਦੀ ਮਹਿਮਾ ਦਾ ਕਾਰਨ ਬਣਿਆ। ਔਰ ਇਸ ਤੋਂ ਉਪਰੰਤ ਮੈਂ ਜਿਹੜੀ ਗੱਲ ਅਗਲੀ ਦੇਖਦਾ ਹਾਂ, ਉਹ ਦੇਖਦਾ ਹਾਂ ਕਿ ਯਿਸੂ ਮਸੀਹ ਦਾ ਈਸ਼ਵਰਤਵ ਸੀ। ਕੀ ਸੀ? ਈਸ਼ਵਰਤਵ। ਇਹ ਪਵਿੱਤਰਤਾ ਦੇ ਵਿੱਚ ਆ ਗਿਆ ਔਰ ਪਵਿੱਤਰਤਾ ਦੇ ਵਿੱਚ ਉਸ ਦਾ ਈਸ਼ਵਰਤਵ ਵੀ ਪ੍ਰਗਟ ਹੁੰਦਾ ਹੈ। ਇਸ ਗੱਲ ਨੂੰ ਜਦੋਂ ਮੈਂ ਜ਼ਬੂਰ 110 ਦਾ 1 ਪੜ੍ਹਦਾ ਹਾਂ ਤਾਂ ਇਹ ਪ੍ਰਗਟ ਹੁੰਦਾ ਹੈ। ਜ਼ਬੂਰ 110 ਦਾ 1 ਯਹੋਵਾ ਦਾ ਮੇਰੇ ਪ੍ਰਭੂ ਲਈ ਇਹ ਵਾਕ ਹੈ ਕਿ ਤੂੰ ਮੇਰੇ ਸੱਜੇ ਪਾਸੇ ਬੈਠ, ਜਦ ਤਿੱਕਰ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰ ਰੱਖਣ ਦੀ ਚੌਕੀ ਨਾ ਕਰ ਦਿਆਂ। ਦੇਖੋ ਕਿੰਨੀ ਵੱਡੀ ਗੱਲ ਹੈ। ਇਹ ਗੱਲ ਅਸੀਂ ਨਵੇਂ ਨੇਮ ਦੇ ਵਿੱਚ ਵੀ ਮਸੀਹ ਯਿਸੂ ਦੇ ਜੀਵਨ ਦੇ ਵਿੱਚ ਪੜ੍ਹਦੇ ਹਾਂ। ਇਹਦਾ ਮਤਲਬ ਪਰਮੇਸ਼ਵਰ ਦਾ ਜਿਹੜਾ
ਮਸੀਹ ਦੇ ਨਾਲ ਈਸ਼ਵਰ ਤਾਂ ਪ੍ਰਗਟ ਕਰਦਾ ਹੈ, ਉਹ ਮਨੁੱਖੀ ਜੀਵਨ ਨੂੰ ਬਚਾਉਣ ਦੇ ਲਈ ਪ੍ਰਗਟ ਕਰਦਾ ਹੈ। ਔਰ ਇਸ ਦੇ ਸੰਬੰਧ ਦੇ ਵਿੱਚ ਜਦੋਂ ਪ੍ਰਭੂ ਯਿਸੂ ਮਸੀਹ ਮਤੀ 22:41-46 ਦੇ ਵਿੱਚ ਵੀ ਅਸੀਂ ਪੜ੍ਹ ਸਕਦੇ ਹਾਂ, ਇਹੀ ਗੱਲ ਸਾਡੇ ਸਾਹਮਣੇ ਪ੍ਰਭੂ ਬਾਰ-ਬਾਰ ਪ੍ਰਗਟ ਕਰਦਾ ਹੈ। ਔਰ ਅਸੀਂ ਇਸ ਦੇ ਸੰਬੰਧ ਦੇ ਵਿੱਚ ਹੋਰ ਵੀ ਕਈ ਇਹੋ ਜਿਹੇ ਵਰਤਾਂਤ ਹੈ ਜਿਹੜੇ ਕਿ ਸਾਡੇ ਵਿੱਚ ਪ੍ਰਗਟ ਕਰਦੇ ਹਨ। ਯਿਸੂ ਦਾ ਕੁਆਰੀ ਦੇ ਜਨਮ ਦਾ ਅਰਥ ਹੈ ਕਿ ਪਰਮੇਸ਼ਵਰ ਮਨੁੱਖਾਂ ਦੇ ਵਿੱਚ ਆ ਕੇ ਉਸ ਦਾ ਵਾਸ ਕਰਨਾ, ਪਰਮੇਸ਼ਵਰ ਦਾ ਮਨੁੱਖਾਂ ਦੇ ਵਿੱਚ ਆ ਕੇ ਉਸ ਦੇ ਨਾਲ ਵਾਸ ਕਰਨਾ। ਕਿਉਂਕਿ ਮੈਂ ਪਿਛਲੇ ਕੱਲ ਪੜ੍ਹਿਆ ਸੀ ਜਦੋਂ ਯਸ਼ਾਇਆ 7:14 ਦੇ ਵਿੱਚ ਇਹ ਗੱਲ ਲਿਖੀ ਗਈ ਹੈ। ਕੀ ਲਿਖਿਆ ਗਿਆ ਕਿ ਉਹ ਇੱਕ ਪੁੱਤਰ ਜਣੇਗੀ, ਤੂੰ ਉਸ ਦਾ ਨਾਮ ਇਮੈਨੂਅਲ ਰੱਖਣਾ। ਇਮੈਨੂਅਲ ਦਾ ਮਤਲਬ ਜਦੋਂ ਅਸੀਂ 1:23 ਦੇ ਵਿੱਚ ਆਉਂਦੇ ਹਾਂ ਮਤੀ ਦੀ ਅੰਜੀਲ, ਤਾਂ ਉਹਦਾ ਅਰਥ ਹੈ ਪਰਮੇਸ਼ਵਰ ਸਾਡੇ ਨਾਲ। ਇਹਦਾ ਮਤਲਬ ਪਰਮੇਸ਼ਵਰ ਦਾ ਮਨੁੱਖਾਂ ਦੇ ਵਿੱਚ ਆ ਕੇ ਵਾਸ ਕਰਨਾ। ਇਹ ਪਰਮੇਸ਼ਵਰ ਸਾਡੇ ਨਾਲ ਹੈ, ਇਸ ਗੱਲ ਦਾ ਪ੍ਰਮਾਣ ਸਾਡੇ ਵਿੱਚ ਆਉਂਦਾ ਹੈ। ਅਤੇ ਪ੍ਰਭੂ ਯਿਸੂ ਮਸੀਹ ਦੇ ਧਾਰੀ ਹੋ ਕੇ ਮਨੁੱਖ ਦੇ ਸੰਗ ਰਹਿਣ ਦੇ ਲਈ ਆਇਆ। ਪਰਮੇਸ਼ਵਰ ਦੇ ਧਾਰੀ ਹੋ ਕੇ ਮਨੁੱਖਾਂ ਦੇ ਨਾਲ ਰਹਿਣ ਦੇ ਲਈ ਆਇਆ। ਕਿੱਦਾਂ? ਪਿਤਾ ਪੁੱਤਰ ਦੇ ਰਿਸ਼ਤੇ ਨਾਲ। ਬੜੀ ਵੱਡੀ ਗੱਲ ਹੈ। ਤਦ ਹੀ ਤਾਂ ਇੱਥੇ ਕਹਿੰਦਾ ਹੈ ਕਿ ਪਰਮੇਸ਼ਵਰ ਅਜਿਹੇ ਭਗਤਾਂ ਨੂੰ ਚਾਹੁੰਦਾ ਹੈ ਜਿਹੜੇ ਆਤਮਾ ਅਤੇ ਸੱਚਾਈ ਨਾਲ ਭਗਤੀ ਕਰਨ। ਪਿਤਾ ਦੀ ਇਹ ਉਮੰਗ ਹੈ। ਇਹਦਾ ਮਤਲਬ ਉਹ ਉਮੰਗ ਪ੍ਰਭੂ ਯਿਸੂ ਮਸੀਹ ਮੇਰੀ ਅਤੇ ਪਿਤਾ ਦੇ ਨਾਲ ਮਿਲਾਉਣ ਦੀ ਪੂਰੀ ਕਰਨ ਦੇ ਲਈ ਇੱਥੇ ਆਇਆ, ਸਾਡੇ ਨਾਲ ਸਦਾ ਰਹਿਣ ਦੇ ਲਈ ਹੈ। ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਉਹਨੂੰ ਈਸ਼ਵਰੀਏ ਨਾਮ ਦਿੱਤੇ ਗਏ। ਮੈਂ 6 ਦਾ ਜਦੋਂ 9:6 ਪੜ੍ਹਦੇ ਹਾਂ ਤਾਂ ਉਹਦੇ 'ਚ ਲਿਖਿਆ ਹੈ ਕਿ ਸਾਨੂੰ ਇੱਕ ਪੁੱਤਰ ਬਖਸ਼ਿਆ ਗਿਆ, ਜਿਸ ਦਾ ਅਦਭੁਤ ਯੁਕਤੀ ਪ੍ਰਾਪਤ ਕਰਨ ਵਾਲਾ ਪਰਮੇਸ਼ਵਰ, ਸ਼ਾਂਤੀ ਦਾ ਰਾਜਕੁਮਾਰ, ਇੱਕ ਮਾਤਰ ਪਰਮੇਸ਼ਵਰ ਹੀ ਖੁਦ ਅਜਿਹੇ ਕੰਮਾਂ ਨੂੰ ਪੂਰਤੀ ਕਰ ਸਕਦਾ ਹੈ। ਪਰਮੇਸ਼ਵਰ ਹੀ ਪੂਰਤੀ ਕਰ ਸਕਦਾ, ਮਨੁੱਖ ਨਹੀਂ ਕਰ ਸਕਦਾ। ਮਨੁੱਖਾਂ ਦੇ ਵਿੱਚ ਇਸ ਗੱਲ ਦੀ ਯੋਗਤਾ ਨਹੀਂ ਹੈ। ਔਰ ਦੂਸਰਾ ਅਸੀਂ ਦੇਖਦੇ ਹਾਂ ਕਿ ਯਿਸੂ ਮਸੀਹ ਨੂੰ ਹੀ ਪਾਪ ਮਾਫ ਕਰਨ ਦਾ ਅਧਿਕਾਰ ਹੈ। ਔਰ ਪਰਮੇਸ਼ਵਰ ਹੀ ਪਾਪ ਮਾਫ ਕਰ ਸਕਦਾ ਹੈ। ਦੇਖੋ ਇਹਨਾਂ ਦੇ ਵਿੱਚ ਸਮਾਨਤਾ ਕਿਸ ਤਰ੍ਹਾਂ ਦੀ ਆ ਰਹੀ ਹੈ। ਕਿਸ ਤਰ੍ਹਾਂ ਦੀ ਸਮਾਨਤਾ? ਇਹਦਾ ਮਤਲਬ ਪਰਮੇਸ਼ਵਰ ਪਾਪ ਮਾਫ ਕਰ ਸਕਦਾ ਹੈ ਤਾਂ ਯਿਸੂ ਮਸੀਹ ਵੀ ਪਾਪ ਮਾਫ ਕਰ ਸਕਦਾ, ਕਿਉਂਕਿ ਉਹਦੇ ਕੋਲ ਉਹ ਅਧਿਕਾਰ ਹੈ, ਕਿਉਂਕਿ ਉਹ ਪਰਮੇਸ਼ਵਰ ਹੈ। ਉਹਦਾ ਜਿਹੜਾ ਈਸ਼ਵਰ ਤਬ ਹੈ ਉਹ ਪਰਮੇਸ਼ਵਰ ਦੇ ਨਾਲ ਪ੍ਰਗਟ ਹੁੰਦਾ ਹੈ। ਕੱਲ ਅਸੀਂ ਦੇਖਾਂਗੇ ਕਿ ਉਹਦੀ ਸਮਾਨਤਾ ਅਤੇ ਪਿਤਾ ਦੀ ਸਮਾਨਤਾ ਈਸ਼ਵਰ ਤਬ ਦੇ ਵਿੱਚ ਕਿਸ ਤਰ੍ਹਾਂ ਹੈ, ਤਾਂ ਕਿ ਅਸੀਂ ਪਰਮੇਸ਼ਵਰ ਦੀ ਇਸ ਈਸ਼ਵਰ ਤਬ ਨੂੰ ਸਮਝਦੇ ਹੋਏ ਪਿਤਾ ਪੁੱਤਰ ਦੇ ਰਿਸ਼ਤੇ ਨੂੰ ਸਮਝ ਸਕੀਏ ਅਤੇ ਉਸ ਰਿਸ਼ਤੇ ਨੂੰ ਸਮਝਦੇ ਹੋਏ ਪਰਮੇਸ਼ਵਰ ਦੀ ਇਬਾਦਤ ਕਰਦੇ ਹੋਏ ਉਹਦੇ ਰਾਜ ਵਿੱਚ ਪਾਏ ਜਾ ਸਕੀਏ। ਪ੍ਰਭੂ ਹੁਣ ਤੱਕ ਸਾਨੂੰ ਇਸ ਭੇਤ ਨੂੰ ਸਮਝਣ ਦੇ ਲਈ ਮਦਦ ਕੀਤੀ ਹੈ। ਉਸ ਦੀ ਪਵਿੱਤਰਤਾ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਉਸ ਦੀ ਸਮਾਨਤਾ ਨੂੰ, ਜੋ ਪਾਪ ਮਾਫ ਕਰਨ ਦੀ ਹੈ, ਉਸ ਨੂੰ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਚੌਥੇ ਭਾਗ ਦੇ ਵਿੱਚ ਸਮਝ ਸਕੀਏ। ਪ੍ਰਭੂ ਸਾਨੂੰ ਅਜਿਹਾ ਕਰਨ ਦੇ ਲਈ ਮਦਦ ਕਰੇ। ਤਦ ਤੱਕ ਦੇ ਲਈ ਮੈਂ ਇਸ ਵਚਨ ਦੇ ਲਈ ਵਿਰਾਮ ਦਿੰਦਾ ਹਾਂ। ਪ੍ਰਭੂ ਆਪ ਨੂੰ ਬਰਕਤ ਦੇਵੇ। ਮਾਰਾਨਾਥਾ।